जी प्यारे बच्चों, वेलकम टू नवनीत ट्यूटोरियल्स। ਅੱਜ ਨੈਸ ਫੋਰਟਨਾਈਟਲੀ ਟੈਸਟ 2 ਜਿਹੜਾ ਸਾਡਾ ਹੋਇਆ ਹੈ 17 ਤਰੀਕ ਨੂੰ, ਉਹਦੇ ਆਪਾਂ ਆਨਸਰਸ ਡਿਸਕਸ ਕਰਨ ਜਾ ਰਹੇ ਹਾਂ ਤੇ ਚੈੱਕ ਕਰਦੇ ਹਾਂ ਕਿ ਤੁਹਾਡੇ ਕਿੰਨੇ ਆਨਸਰਸ ਜਿਹੜੇ ਨੇ ਉਹ ਰਾਈਟ ਨੇ। ਫਰਸਟ ਕੁਐਸਚਨ ਦੇਖਦੇ ਹਾਂ। ਫਰਸਟ ਕੁਐਸਚਨ ਸਾਡਾ ਮੈਥ ਦਾ ਕੁਐਸਚਨ ਪਾਰਟ ਸ਼ੁਰੂ ਹੋ ਜਾਂਦਾ ਹੈ ਕਿ 8 ਦੇ ਵਰਗ ਅਤੇ 9 ਦੇ ਵਰਗ ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ। ਹਾਊ ਮੈਨੀ ਨੈਚੁਰਲ ਨੰਬਰਸ ਲਾਈ ਬਿਟਵੀਨ 8 ਸਕੁਆਇਰ ਐਂਡ 9 ਸਕੁਆਇਰ। ਬੇਟਾ ਇਹਦੇ ਦੋ ਤਰੀਕੇ ਹੈ ਕਿ ਤੁਸੀਂ ਕੀ ਕਰੋ ਕਿ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਪਾਂ 8 ਦਾ ਸਕੁਆਇਰ ਕਿੰਨਾ ਹੁੰਦਾ 64 ਤੇ 9 ਦਾ ਸਕੁਆਇਰ ਕਿੰਨਾ ਹੁੰਦਾ 81। ਅਸੀਂ ਇਹਨਾਂ ਦਾ ਡਿਫਰੈਂਸ ਲੈ ਸਕਦੇ ਹਾਂ। ਜਦੋਂ ਅਸੀਂ ਇਹਨਾਂ ਦਾ ਡਿਫਰੈਂਸ ਲੈਂਦੇ ਹਾਂ 81 ਵਿੱਚੋਂ ਜਿਹੜਾ 64 ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ 17 ਆਉਂਦਾ, ਕਿਉਂਕਿ ਇਹ ਦੋ ਵਾਰੀ ਇਨਕਲੂਡ ਹੋਇਆ ਇਸ ਕਰਕੇ ਇਹ 'ਚੋਂ ਇੱਕ ਘਟਾਉਣਾ ਪਏਗਾ। ਸੋ ਆਨਸਰ ਇਹਦਾ ਹੋਏਗਾ 16। ਆਨਸਰ ਕੀ ਹੋਏਗਾ ਇਹਦਾ 16। ਜਾਂ ਫਿਰ ਸਾਡੇ ਕੋਲ ਜਿਹੜਾ ਦੂਸਰਾ ਤਰੀਕਾ ਹੈ ਇਹਦਾ, ਦੂਸਰੇ ਤਰੀਕੇ ਵਿੱਚ ਅਸੀਂ ਕਿੱਦਾਂ ਕਰ ਸਕਦੇ ਹਾਂ ਬੱਚੇ ਕਿ 8 ਸਕੁਆਇਰ ਤੇ 9 ਸਕੁਆਇਰ ਵਿੱਚੋਂ ਜਿਹੜਾ ਛੋਟਾ ਨੈਚੁਰਲ ਨੰਬਰ ਹੈ ਉਹ 8 ਹੈ ਤੇ ਇਹਦਾ ਸਿੱਧਾ ਹੀ ਡਬਲ ਕਰ ਦਿਓ। 8 ਮਲਟੀਪਲਾਈ ਬਾਈ 2 ਇਜ਼ ਇਕੁਅਲ ਟੂ 16। ਸੋ 16 ਇਹਦਾ ਜਿਹੜਾ ਹੈ ਆਨਸਰ ਹੋਏਗਾ। ਠੀਕ ਹੈ, ਕੋਈ ਵੀ ਹੋਰ ਨੰਬਰ ਅਸੀਂ ਲੈ ਸਕਦੇ ਹਾਂ। ਜੇ 9 ਸਕੁਆਇਰ 10 ਸਕੁਆਇਰ ਆ ਜਾਂਦਾ ਇਹਨਾਂ ਵਿੱਚ ਕਿੰਨੀਆਂ ਸੰਖਿਆਵਾਂ ਨੇ ਨੈਚੁਰਲ ਨੰਬਰ ਨੇ ਤੇ 9 2 ਦਾ 18 ਹੋ ਜਾਏਗਾ। 10 ਸਕੁਆਇਰ 11 ਸਕੁਆਇਰ ਲਵਾਂਗੇ ਤੇ ਉਹ ਸਾਡੇ ਕੋਲ 20 ਆ ਜਾਏਗਾ ਉਹਦਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਇੱਕ ਸਮਲੰਬ ਚਤੁਰਭੁਜ ਲਈ ਸਹੀ ਹੈ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਫॉर ਦ ਟ੍ਰਪੀਜ਼ੀਅਮ। ਟ੍ਰਪੀਜ਼ੀਅਮ ਸਾਨੂੰ ਪਤਾ ਕਿ ਟ੍ਰਪੀਜ਼ੀਅਮ ਕਿੱਦਾਂ ਦਾ ਬਣਿਆ ਹੁੰਦਾ। ਟ੍ਰਪੀਜ਼ੀਅਮ ਸਾਡਾ ਬਣਿਆ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਦੋ ਸਾਈਡਸ ਪੈਰਲਰ ਹੋਣ, ਠੀਕ ਹੈ, ਤੇ ਦੋ ਸਾਈਡਸ ਨੋਨ ਪੈਰਲਰ ਹੋਣ, ਇਹ ਟ੍ਰਪੀਜ਼ੀਅਮ ਹੁੰਦਾ। ਠੀਕ ਹੈ, ਇਹਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਫਸਟ ਆਪਸ਼ਨ ਜਿਹੜੀ ਅਸੀਂ ਦੇਖਦੇ ਹਾਂ ਉਹ ਕੀ ਹੈਗਾ, ਸਨਮੁਖ ਭੁਜਾਵਾਂ ਦਾ ਇੱਕ ਜੋੜਾ ਸਮਾਂਤਰ ਹੁੰਦਾ ਹੈ। ਇਸ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਸਨਮੁਖ ਭੁਜਾਵਾਂ ਦੇ ਦੋਵੇਂ ਜੋੜੇ ਸਮਾਂਤਰ ਹੁੰਦੇ ਹਨ। ਇਸ ਦੇ ਵਿਕਰਨ ਬਰਾਬਰ ਹੁੰਦੇ ਹਨ। ਦੇਖੋ ਜਿਹੜੀ ਫਸਟ ਆਪਸ਼ਨ ਹੈ ਸਾਡੇ ਕੋਲ ਉਹੀ ਬਿਲਕੁਲ ਰਾਈਟ ਆ ਰਹੀ ਹੈ ਕਿ ਸਾਡੀ ਸਨਮੁਖ ਭੁਜਾਵਾਂ ਦਾ ਇੱਕ ਜੋੜਾ ਜਿਹੜਾ ਹੈ ਉਹ ਸਮਾਂਤਰ ਹੁੰਦਾ ਹੈ, ਕਿ ਪੈਰਲਰ ਲਾਈਨਸ ਹੁੰਦੀਆਂ ਨੇ ਕਿਹੜੀਆਂ ਆਪੋਜ਼ਿਟ ਸਾਈਡਸ ਆਰ ਪੈਰਲਰ। ਨੈਕਸਟ ਕੁਐਸਚਨ ਕਰਦੇ ਹਾਂ। ਇੱਕ ਵਰਗਾਕਾਰ ਬੋਰਡ ਦਾ ਖੇਤਰਫਲ 1099 ਵਰਗ ਮੀਟਰ ਹੈ। ਇਸ ਦੀ ਹਰੇਕ ਭੁਜਾ ਦੀ ਲੰਬਾਈ ਕਿੰਨੀ ਹੋਏਗੀ। ਦੇਖੋ ਵਰਗ ਮੀਟਰ ਦੀ ਗੱਲ ਕੀਤੀ ਹੈ, ਏਰੀਆ ਸਾਨੂੰ ਦਿੱਤਾ ਹੋਇਆ, ਦੈਟ ਮੀਨਸ ਏਰੀਆ ਇਜ਼ ਗਿਵਨ ਟੂ ਅਸ। ਹੁਣ ਜਦੋਂ ਏਰੀਆ ਹੈਗਾ 1089 ਤੇ ਮੈਂ ਕੀ ਕਰਨਾ, ਇਹਦਾ ਰੂਟ ਫਾਈਂਡ ਕਰਨਾ ਹੈਗਾ। ਇਹਦਾ ਰੂਟ ਫਾਈਂਡ ਕਰੀਏ ਕਿ ਇਹ ਕਿਹਦਾ ਸਕੁਆਇਰ ਰੂਟ ਹੈਗਾ। ਸੋ ਸਾਨੂੰ ਪਤਾ ਕਿ ਅਸੀਂ ਜਿਹੜਾ ਹੈਗਾ ਇਹਦਾ ਗਰੁੱਪ ਬਣਾ ਲੈਂਦੇ ਹੈਗੇ ਆ ਔਰ ਜਿਹੜਾ ਇਹ ਪਹਿਲਾਂ ਜਾਏਗਾ 3 3 ਦਾ 9। ਠੀਕ ਹੈ, 1 ਬਚਿਆ 89 ਪੂਰਾ ਜਿਹੜਾ ਅਸੀਂ ਨੀਚੇ ਉਤਾਰਾਂਗੇ। 3 ਤੇ 3 ਕਿੰਨੇ ਹੋ ਗਏ ਇੱਥੇ 6। 6 ਦੇ ਨਾਲ ਕਿਹੜਾ ਨੰਬਰ ਲੱਗੇਗਾ 3 ਲੱਗੇਗਾ ਬੱਚੇ। ਸੋ ਇੱਥੇ ਵੀ 3 ਆਏਗਾ। ਸੋ 6 ਇਹ ਆ ਗਿਆ 189 ਤੇ ਪੂਰਾ ਪੂਰਾ ਚਲਾ ਗਿਆ। ਸੋ 33 ਇਹਦਾ ਆਨਸਰ ਹੋਏਗਾ ਕਿ ਵਰਗਾਕਾਰ ਬੋਰਡ ਦੀ ਇੱਕ ਭੁਜਾ ਦੀ ਜਿਹੜੀ ਲੰਬਾਈ ਹੈ ਉਹ 33 ਹੋਏਗੀ ਸਾਡੇ ਕੋਲ। ਠੀਕ ਹੈ, ਸੋ ਇਹਦਾ ਆਨਸਰ ਕੀ ਆ ਗਿਆ 33। ਕੁਐਸਚਨ ਨੰਬਰ 4 ਦੇਖਦੇ ਹਾਂ। ਦਿੱਤੇ ਗਏ ਗੋਲ ਨਕਸ਼ੇ ਵਿੱਚ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੇ ਆਉਣ ਦੇ ਤਰੀਕਿਆਂ ਦੀ ਪ੍ਰਤੀਸ਼ਤ ਦਰਸਾਈ ਗਈ ਹੈ। ਜੇਕਰ ਸਕੂਲ ਵਿੱਚ 124 ਵਿਦਿਆਰਥੀ ਸਾਈਕਲ ਤੇ ਆਉਂਦੇ ਹਨ ਤਾਂ ਪੈਦਲ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੋਵੇਗੀ। ਹੁਣ ਦੇਖੋ ਤੁਹਾਨੂੰ ਇੱਕ ਪਾਈ ਚਾਰਟ ਦਿੱਤਾ ਹੋਇਆ ਔਰ ਉਹਦੇ ਵਿੱਚ ਸਾਨੂੰ ਇਹ ਦਿੱਤਾ ਹੋਇਆ ਕਿ ਪੈਦਲ ਜਿਹੜੇ ਬੱਚੇ ਆ ਰਹੇ ਉਹ 40% ਨੇ, ਸਾਈਕਲ ਤੇ 20% ਆ ਰਹੇ ਆ, ਬੱਸ ਜਾਂ ਕਾਰ ਤੇ 40% ਆ ਰਹੇ ਆ। ਅਸੀਂ ਇਹ ਦੇਖੀਏ ਕਿ ਸਾਨੂੰ ਸਾਈਕਲ ਦੇ ਉੱਤੇ ਕਿੰਨੇ ਵਿਦਿਆਰਥੀ ਆ ਰਹੇ ਉਹ ਦਿੱਤੇ 124 ਔਰ ਇੱਥੇ ਪਰਸੈਂਟੇਜ ਦਿੱਤੀ ਹੋਈ ਹੈ ਤੇ ਅਸੀਂ ਇੱਥੋਂ ਕਲੀਅਰ ਕਰ ਸਕਦੇ ਹਾਂ ਕਿ ਜਿਹੜਾ 20% ਹੈ ਟੋਟਲ ਦਾ ਐਕਸ ਦਾ ਉਹ ਮੇਰੇ ਕੋਲ ਹੈਗਾ 124। ਠੀਕ ਹੈ, ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ, ਠੀਕ ਹੈ, ਕੱਟਿਆ ਜਾਏਗਾ 1/5 ਆ ਜਾਏਗਾ। 124 ਨੂੰ ਜਦੋਂ ਅਸੀਂ 5 ਨਾਲ ਮਲਟੀਪਲਾਈ ਕਰਾਂਗੇ ਤੇ ਮੇਰੇ ਕੋਲ ਜਿਹੜੇ ਟੋਟਲ ਸਟੂਡੈਂਟ ਆਣਗੇ ਉਹ ਆਣਗੇ 620। 620 ਮੇਰੇ ਕੋਲ ਜਿਹੜੇ ਟੋਟਲ ਸਟੂਡੈਂਟ ਆਣਗੇ। ਠੀਕ ਹੈ, ਪਰ ਦੇਖੋ ਬੱਚੇ ਕਿ ਅਸੀਂ ਕੀ ਦੱਸਣਾ ਹੈਗਾ, ਕੁਐਸਚਨ ਕੀ ਹੈਗਾ ਕਿ ਪੈਦਲ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੱਸਣੀ ਅਸੀਂ। ਸੋ ਪੈਦਲ ਕਿੰਨੇ ਬੱਚੇ ਆ ਰਹੇ 40 ਤੇ ਅਸੀਂ ਕੀ ਕਰਨਾ 620 ਦਾ 40% ਜਿਹੜਾ ਉਹ ਕੱਢ ਲੈਣਾ ਹੈਗਾ। ਠੀਕ ਹੈ, ਸੋ 40/100 ਇੰਟੂ 620 ਕਰ ਲੈਣਾ ਹੈਗਾ। ਜਦੋਂ ਅਸੀਂ ਇੱਦਾਂ ਨੂੰ ਸੋਲਵ ਕਰਾਂਗੇ, ਠੀਕ ਹੈ, 4 2 ਦਾ 8 ਆ ਜਾਏਗਾ, 6 4 ਦਾ 24 ਆ ਜਾਏਗਾ। ਸੋ ਇਹਦਾ ਆਨਸਰ ਆਏਗਾ 248। ਸੋ 248 ਦਾ ਜਿਹੜਾ ਸਾਡੇ ਕੋਲ ਆਨਸਰ ਬਣ ਜਾਏਗਾ। ਨੈਕਸਟ ਕੁਐਸਚਨ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਅਸੀਂ ਇਹ ਦੇਖਣਾ ਹੈ।
पहली ऑप्शन हैगी है कि किसी टांक संख्या का घन एक टांक संख्या होंगी है। ये तो बच्चे बिल्कुल ठीक है कि अगर मैं 1 लवां 1 का क्यूब लवां आंसर इज़ 1 एक टांक संख्या आ गई। अगर 3 लईए 3 का क्यूब लईए 27 आ गया आंसर एक टांक संख्या आ गई। ये तो ठीक है। एक पूर्ण घन 2 सिफरां ते खत्म नहीं होंदा। जदों भी कोई क्यूब खत्म होंदा वो 3 सिफरां ते खत्म होंदा। ठीक है 3 सिफरां ते खत्म होंदा। जिहड़ा स्क्वायर है वो 2 सिफरां ते खत्म होंदा। एक अंक वाली संख्या का घन एक अंक वाली संख्या हो सकती है। ठीक है ये गल ठीक है कि अगर एक अंक लैनी मैं 1 का क्यूब जोड़ा वो 1 हो सकता है। ठीक है 1 का क्यूब 1 हो सकता है। इस तरह लास्ट ऑप्शन है इस तरह का कोई घन नहीं है जो 3 ते खत्म होंदा है। ये ऑप्शन साडी जिहड़ी गलत है क्योंकि 7 का जिहड़ा घन होंदा 7 का क्यूब जिहड़ा होंदा वो तो 3 ते खत्म हो रहा है। ठीक है सो सानू कोई एक पॉइंट मिल गया जिन्हें सानू ये प्रूव करता कि जिहड़ा इहदा घन है वो 3 ते खत्म होंदा। सो साडा की हो जाएगा इहदे विच जिहड़ा साडा आंसर है आंसर इज़ नंबर 4 ये फॉल्स है। अगे आगे बच्चे साडे साइंस के क्वेश्चनस जे मनुख दीयां लत्तां हन ते मच्छियां दे खंभ हन तां अमीबा दे की होएगा। अमीबा असीं देखदे हां कि अमीबा किद्दां बनया हुंदा बड़ी एक रैंडम जी डायग्राम हुंदी है असीं अमीबा दी बनाउंदे रहिंदे हां। ठीक है इदां आर्म्स बणियां हुंदियां ने ओहदियां ते ओह वालियां जिहड़ियां आर्म्स हुंदियां फॉल्स आर्म्स हुंदियां ने जिहड़ियां उन्हां नूं जिहड़े हैगे असीं कहंदे ने झूठे पैर। सो आंसर की आ गया इहदा झूठे पैर। लैट्स मूव टू क्वेश्चन नंबर 7 एक परख नली विच जिंक के कुछ टुकड़े पाउण ते उस विच एक्स पदार्थ नूं मिलाउण ते वाई गैस बनती है। हेठ लिखिया विच एक्स वाई दसो। हुण देखो कि अगर असीं देखना है कि एक साडे कोल गैस बन रही है एक साडे कोल बन रही कोई टुकड़े पाउण दे कि जिंक के कुछ टुकड़े पाउण दे। सो अकॉर्डिंग टू प्रॉपर्टी असीं अगर चैक करांगे तो सानूं पता लगेगा कि जे असीं जिंक के कुछ टुकड़े तेजाब विच मिक्स कर दिंदे आं एसिड विच मिक्स कर दिंदे आं तो फिर हाइड्रोजन गैस जिहड़ी है वो बनदी है। ओके एट वट टैंपरेचर पैस्चराइजेशन ऑफ मिल्क इज़ डन। ठीक है बड़ा स्टैंडर्ड क्वेश्चन है सीधा कि 70 डिग्री सेंटीग्रेड के उत्ते जिहड़ी पैस्चराइजेशन हुंदी। क्वेश्चन नंबर 9 गुरप्रीत के पिता जी एक किसान हैं उन्होंने खेतों में चावल की फसल बीजी है। गुरप्रीत जानता है कि चावल खरीफ की फसल है परंतु वो ये जानना चाहता है कि खरीफ दी फसलों की खेती साल के किहड़े महीनों दौरान की जाती है। सो की तुहानूं इहदा उत्तर पता है? बिल्कुल जी ये तो सारिਆਂ ਨੂੰ पता है कि जिहड़ी चावल की खेती है ठीक है चावल खरीफ की फसल होने करके जिहड़ी खेती है वो कदों की जाती है जून तो लैके सितंबर के। हुण भी देखो झोना बीजा जा रहा सो जून टू सितंबर के महीनों के विच जिहड़ी है इहदी खेती की जाती है। क्वेश्चन नंबर 10 प्रेम ने अपने दोस्त राज नूं पुछया कि सैल का किहड़ा निकड़ा अंग सैल का शक्ति घर रखवाउंदा है। कि तुसीं इस निकड़े अंग का नाम दस सकते हो? देखो ऑप्शन की है न्यूक्लियस। न्यूक्लियस तो सेंटर च हुंदा ओहदा। नैक्सट है प्लाज्मा मैंबरेन माइटोकॉन्ड्रिया या साइटोप्लाज्म। इहदा आंसर की है माइटोकॉन्ड्रिया जिहड़ा हुंदा है एक ये पावर हाउस हुंदा है सैल का। ठीक है ये सब तो निकड़ा अंग हुंदा है। सो आंसर इज माइटोकॉन्ड्रिया। हाँ जी नैक्सट साढ़े SST के क्वेश्चन शुरू हो जाते हैं। क्वेश्चन नंबर 11 19वीं सदी में अंग्रेज़ों दी नीतियां कारण कबायली समाज के हेठ लिखियां विचों किहड़ी दशा सब तो वध प्रभावित हुई सी? सोशल इकनॉमिक रिलीजीअस या कल्चरल उन्हां दी आर्थिक दशा सब तो ज़्यादा प्रभावित हुई सी। अंग्रेज़ों दी आर्थिक नीतियां कारण हस्तकला उद्योग का पतन होने तो बाद अंग्रेज़ों ने भारत में सूती कपड़े का पहला कारखाना कदों लगाया? ये लगाया उन्होंने 1853 ईस्वी विच। संसार के नक्शे उपर गूढ़े रंग न दर्शाए गए महादीप के खब्बे पासे किहड़ा महासागर? अगर असीं इत्थे चैक करिए कि जिहड़ा गूढ़े रंग न दर्शाया गया है इहदे असीं लैफ्ट साइड ते देखिए तो साडे कोल आंसर की आंदा है कि असीं हिंद महासागर इंडियन ओशियन जिहड़ा है इहदे लैफ्ट साइड ते। संसार के नक्शे नूं ध्यान नाल देखो तो दसो कि दर्शाए गए स्थानां ते सब तो वध किहड़ा खनिज मिलता है। देखो बच्चे अगर असीं इन्हां दे जिहड़े चैक करांगे अगर तो सानूं इत्थों पता लगेगा कि कोला जिहड़ा है इन्हां एरियाज़ विच सब तो ज़्यादा पाया जाता है। सारे वर्गों को वोट पाने का अधिकार संविधान ने किहड़े सिद्धांत अनुसार दिता है? सानू राइट टू इक्वैलिटी दिता है समानता का सिद्धांत सानू सरकार ने जिहड़ा वो दिता। अगे साडे को क्वेश्चन शुरू हो जाते बच्चे इंग्लिश दे। देखो मदर जेन हैज़ प्रिपेयर्ड अ टाइम टेबल ऑन द डेली रूटीन ऑफ हिज चाइल्ड टॉम विद असिस्टेंस ऑफ आंट जेरी। हुण देखो जिहड़ा उन्हें टाइम टेबल बनाया उहदे विच उन्हें टाइम दस दिता है। टाइम है 6 तो 6:30 वेकिंग अप अर्ली एंड फ्रैशनिंग अप दैन 6:30 तो 7:30 रेगूलर एक्सरसाइज इदा करके टाइमिंग दिते ने। इहदे बेसिस उत्ते असीं क्वेश्चन दसने ने आंसर दसने ने। हाउ विल आंट जेनी प्रोवाइड असिस्टेंस टू मदर जेन?
She will coach her child. She will help Mother Jane in chalking out the timetable. She will teach her child on weekends and she will help Mother Jane in house chores. एक है कि उन्हें हेल्प ਕੀਤੀ ਹੈਗੀ ਹੈ, ਉਹਨੇ ਅਸਿਸਟ ਕੀਤਾ ਹੈਗਾ ਉਹਨੂੰ ਟਾਈਮ ਟੇਬਲ ਬਣਾਉਣ ਵਿੱਚ. ਸੋ ਸ਼ੀ ਵਿਲ ਹੈਲਪ ਮਦਰ ਜੇਨ ਇਨ ਚੌਕਿੰਗ ਆਊਟ ਦ ਟਾਈਮ ਟੇਬਲ. ਵਟ ਵਿਲ ਬੀ ਦ ਫਸਟ ਸਬਜੈਕਟ ਇਨ ਦ ਮੋਰਨਿੰਗ ਫॉर ਟॉम ਟੂ ਸਟੱਡੀ. ਸਭ ਤੋਂ ਪਹਿਲਾਂ ਟॉम ਨੇ ਸਭ ਤੋਂ ਪਹਿਲਾਂ ਕੀ ਪੜ੍ਹਨਾ ਹੈ? ਦੇਖੋ ਇਫ ਯੂ could see this ਤੇ ਇਹ ਪਹਿਲਾਂ ਉਹਨੇ waking up early and freshening up, then regular exercise, then study of arithmetic ਆ ਗਿਆ. arithmetic is a part of mathematics. ਠੀਕ ਹੈ, ਸੋ ਉਹਨੇ ਕੀ ਕਰਨਾ? ਸਭ ਤੋਂ ਪਹਿਲਾਂ ਜਿਹੜਾ ਹੈ ਮੈਥਮੈਟਿਕਸ ਪੜ੍ਹਨਾ ਹੈਗਾ. ਸੋ ਆਨਸਰ ਇਜ਼ ਮੈਥਮੈਟਿਕਸ. ਐਟ ਵਟ ਟਾਈਮ ਵਿਲ ਟॉम ਫਿਨਿਸ਼ ਵਾਚਿੰਗ ਮੋਰਨਿੰਗ ਨਿਊਜ਼ ਐਜ਼ ਵੈਲ ਐਜ਼ ਹਿਜ਼ ਬ੍ਰੇਕਫਾਸਟ. ਦੇਖੋ ਉਹਨਾਂ ਆਪਣਾ ਬ੍ਰੇਕਫਾਸਟ ਤੇ ਮੋਰਨਿੰਗ ਨਿਊਜ਼ ਜਿਹੜੀਆਂ ਨੇ ਉਹ ਕਦੋਂ ਖਤਮ ਕਰਨੀਆਂ ਨੇ? 9 ਵਜੇ. ਸੋ ਆਨਸਰ ਕੀ ਹੈ ਇਹਦਾ? 9 o'clock. ਹਾਊ ਮਚ ਟਾਈਮ ਇਜ਼ ਗਿਵਨ ਟੂ ਸਟੱਡੀ ਸੋਸ਼ਲ ਸਾਇੰਸਿਸ ਐਂਡ ਸੋਸ਼ਲ ਸਾਇੰਸਿਸ. ਅਗਰ ਤੁਸੀਂ ਇਹਨੂੰ ਜਿਹੜਾ ਹੈਗਾ ਉਹ ਚੈੱਕ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ 2 ਘੰਟੇ ਇਹਨੂੰ ਮਿਲੇ ਆ. ਔਨ ਵਿਚ ਚੈਨਲ ਕੈਨ ਟॉम ਵਾਚ ਐਜੂਕੇਸ਼ਨਲ ਪ੍ਰੋਗਰਾਮ? ਸਵਯੰ ਪ੍ਰਭਾ. ਠੀਕ ਹੈ, ਐਜ਼ ਮੈਂਸ਼ਨ ਕੀਤਾ ਗਿਆ. ਨੈਕਸਟ ਆ ਗਿਆ ਪੰਜਾਬੀ ਪਾਰਟ. ਅਣਡਿੱਠਾ ਪੈਰਾ ਤੁਹਾਨੂੰ ਦਿੱਤਾ ਹੈ, ਵਿਆਹ ਦੇ ਵਿੱਚ ਵਟਣਾ ਕਿੱਦਾਂ ਮਲਿਆ ਜਾਂਦਾ, ਉਹਦੇ ਉੱਤੇ ਇੱਕ ਪੈਰਾ ਦਿੱਤਾ ਹੋਇਆ ਸੀ ਤੁਹਾਨੂੰ. ਬੜੇ ਈਜ਼ੀ ਕੁਐਸਚਨ ਹੈਗੇ ਸੀ. ਵਟਣਾ ਮਲਣ ਸਮੇਂ ਵਿਹੜੇ ਵਿੱਚ ਚੌਂਕੀ ਢਾ ਕੇ ਉਸ ਉੱਪਰ ਕਿਸ ਨੂੰ ਬਿਠਾਇਆ ਜਾਂਦਾ ਹੈ? ਵਿਆਂਦੜ ਨੂੰ. ਠੀਕ ਹੈ, ਵਿਆਂਦੜ ਮਤਲਬ ਜਿਹਦਾ ਵਿਆਹ ਹੋਣ ਵਾਲਾ. ਵਟਣੇ ਵਿੱਚ ਕੀ ਕੀ ਮਿਲਾਇਆ ਜਾਂਦਾ? ਦੇਖੋ ਤੇਲ, ਜਵਾਂ ਤੇ ਛੋਲਿਆਂ ਦਾ ਆਟਾ, ਹਲਦੀ, ਇਹ ਤਾਂ ਸਾਰੇ ਮਿਲਾਏ ਜਾਂਦੇ ਆ. ਸੋ ਆਨਸਰ ਕੀ ਆ ਗਿਆ? ਉਪਰੋਕਤ ਸਾਰੇ. ਕਿਹੜੀ ਇਸਤਰੀ ਵਟਣੇ ਦੀ ਰਸਮ ਵਿੱਚ ਭਾਗ ਨਹੀਂ ਲੈਂਦੀ? ਸੋ ਸ਼ਰੀਕਣਾ, ਮਾਂ, ਵਿਧਵਾ ਜਾਂ ਆਂਡਣਾ ਗੁਆਂਢਣਾ? ਵਿਧਵਾ. ਠੂਠੀ ਵਿੱਚ ਨੈਣ ਲਈ ਕੀ ਪਾਇਆ ਜਾਂਦਾ ਹੈ? ਪੈਸੇ, ਹਲਦੀ, ਛੋਲਿਆਂ ਦਾ ਆਟਾ ਜਾਂ ਤੇਲ? ਸੋ ਪੈਸੇ ਪਾਏ ਜਾਂਦੇ ਹਨ. ਵਟਣੇ ਦੀ ਪਹਿਲੀ ਛੋ ਕੌਣ ਲਾਉਂਦਾ ਹੈ? ਆਪਸ਼ਨ ਦੇ ਅਕੋਰਡਿੰਗ, ਪੈਰੇ ਦੇ ਅਕੋਰਡਿੰਗ ਕੀ ਹੈ? ਭਰਜਾਈ. नेक्स्ट आ गया साढ़े को हिंदी. एक ऐसी सिनेमा, भारतीय सिनेमा में प्रसिद्ध संगीतकार रविंद्र जैन का महत्वपूर्ण स्थान रहा है. बचपन से ही उन्हें ना के बराबर दिखाई देता था. आंखों के ऑपरेशन के बाद भी उनकी आंखें ठीक नहीं हुई, किंतु रविंद्र जैन की दृढ़ इच्छा शक्ति, एकाग्रता और आत्मविश्वास के आगे विकलांगता की एक न चली. ठीक है, ਇਹ ਤੁਸੀਂ ਪਹਿਰਾ ਪੜਿਆ. ਉਹਦੇ ਬੇਸਿਸ ਤੇ ਆंसर देखते हैं कि रविंद्र जैन जी अलिफ लैला, जय हनुमान, श्री कृष्ण आदि धारावाहिकों के डैश थे. क्या थे वो क्या थे? संगीतकार थे. ठीक है जी. रविंद्र जैन जी की किस विकलांगता से ग्रस्त थे? कि वो देख नहीं सकते थे. निम्नलिखित कथनों में से कौन सा कथन सही नहीं है? उन्होंने फिल्मों में अद्भुत संगीत दिया है, तो बिल्कुल ठीक है. उन्होंने रामानंद सागर की रामायण में संगीत दिया, ठीक है जी. ये आंखों के ऑपरेशन के बाद भी उन्हें दिखाई देने लगा, नहीं, ये गलत हो गया कि आंखों के ऑपरेशन के बाद उन्हें दिखाई तब भी दिखाई नहीं देता था. देखिए वे बचपन से ही ना के बराबर देख सकते थे, ये भी ठीक है. रविंद्र एकाग्रता लोकप्रिय शब्दों में र के किस रूप का प्रयोग हुआ है? एक ये, यदा आंसर की है पदेन र. मान लीजिए आपका कोई मित्र ऐसा है जिसे आंखों से दिखाई ना देता हो, तो आप उसके जन्मदिन पर कौन सा उपहार देंगे? आप दूरबीन देंगे उसको, आप चित्र बनाने के लिए रंग देंगे, ब्रेल लिपि सीखने की किताब देंगे, रंगीन चित्रों वाली किताब देंगे. सो हम उसको ब्रेल लिपि क्या होती है की ਹੁੰਦੀ ਹੈ ब्रेल लिपि कि ਇਹ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਲਈ ਇੱਕ लैंग्वेज ਹੁੰਦੀ है. ठीक है, टू अंडरस्टैंड द वर्ड्स. कि ब्रेल लिपि सीखने की किताब हम उसको देंगे. ठीक है जी. सो ਇਹ ਸੀ ਸਾਡੇ 30 ਕੁਐਸਚਨਸ. ਆਈ ਹੋਪ ਤੁਸੀਂ ਨਾਲੋਂ ਨਾਲ ਚੈੱਕ ਕਰ ਲਏ ਹੋਣੇ ਆ. ਸੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਡੇ ਕਿੰਨੇ ਮਾਰਕਸ ਬਣੇ ਆ. ਓਕੇ, ਗੁੱਡ ਬਾਏ.